हर एक सिख ਨੂੰ ਉਪਦੇਸ਼ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣਾ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਗੁਰੂ ਤਾਂ ਕਹਿ ਦਿੰਦੇ ਹਾਂ, ਪਰ ਕੀ ਜੋ ਗੁਰੂ ਨੇ ਕਿਹਾ ਸਾਨੂੰ ਕੀ ਉਸ ਦੇ ਉੱਤੇ ਅਸੀਂ ਚੱਲਦੇ ਹਾਂ? ਇੱਕ ਸਿੱਖ ਦੀ ਕੀ ਜੀਵਨੀ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਅਨੁਸਾਰ? ਆਓ ਇਸ ਦੇ ਬਾਰੇ ਜਾਣਕਾਰੀ ਲੈਂਦੇ ਹਾਂ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਮਨਜੀਤ ਸਿੰਘ ਜੀ ਤੋਂ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅੱਜ ਤੁਸੀਂ ਦੁਨੀਆ ਭਰ ਵਿੱਚ ਜਾ ਰਹੇ ਹੋ, ਦੇਖ ਰਹੇ ਹੋ ਕਿ ਸਿੱਖਾਂ ਦੀ ਆਬਾਦੀ ਵੀ ਵੱਧ ਰਹੀ ਹੈ, ਗੁਰਦੁਆਰੇ ਵੀ ਵੱਧ ਰਹੇ ਨੇ, ਪ੍ਰਚਾਰ ਵੀ ਬਹੁਤ ਹੋ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਵੀ ਕਹਿੰਦੇ ਹਾਂ, ਲੇਕਿਨ ਜੋ ਸਾਡੀ ਜੀਵਨੀ ਹੋਣੀ ਚਾਹੀਦੀ ਹੈ ਕੀ ਸਾਨੂੰ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ, ਜਾਂ ਅਸੀਂ ਅਵੇਸਲੇ ਹੋ ਗਏ ਹਾਂ, ਜਾਂ ਜਾਣ ਬੁੱਝ ਕੇ ਅਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਿਰਫ ਇਸ ਨੂੰ ਮੱਥਾ ਟੇਕਣ ਤੱਕ ਹੀ ਅਸੀਂ ਸੀਮਤ ਕਰ ਲਿਆ? ਵੀਰ ਜੀ ਹਰਪ੍ਰੀਤ ਸਿੰਘ ਜੀ, ਅਸਲੀਅਤ ਤੌਰ 'ਤੇ ਅੱਜ ਸਿੱਖ ਜਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਉਸੇ ਤਰ੍ਹਾਂ ਹੀ ਜਿਵੇਂ ਮੰਦਰਾਂ ਦੇ ਵਿੱਚ ਹਿੰਦੂ ਵੀਰਾਂ ਨੇ ਮੂਰਤੀਆਂ ਨੂੰ ਪੂਜਿਆ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਵਾਲੇ ਪਾਸੇ ਆ ਗਏ, ਜਦੋਂ ਕਿ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਜ਼ਰੂਰੀ ਸੀ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਾਂਗੇ, ਉਹਦੇ ਸਿੱਧੇ ਤੌਰ 'ਤੇ ਇਹ ਅਰਥ ਹੋਵੇਗਾ ਵੀ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈ ਉਸ ਨੂੰ ਪ੍ਰਵਾਨ ਕੀਤਾ ਜਾਏ। ਅਤੇ ਸਤਿਗੁਰੂ ਦੇ ਘਰ ਦੇ ਵਿੱਚ ਐਸਾ ਹੀ ਫਰਮਾਨ ਹੈ ਕਿ ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਦੀ ਵਿਚਾਰਧਾਰਾ ਕੀ ਹੈ? ਐਸਾ ਕੁਝ ਸਾਨੂੰ ਗੁਰੂ ਨੇ ਆਪਣੇ ਘਰ ਵਿੱਚ ਇਹ ਆਵਾਜ਼ ਦੇ ਕੇ ਸਮਝਾਇਆ ਕਿ ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ। ਸਭ ਤੋਂ ਪਹਿਲਾਂ ਗੁਰੂ ਦੀ ਆਗਿਆ ਨੂੰ ਮਨ ਵਿੱਚ ਸਹਾਰਨਾ ਕੀ ਹੈ ਕਿ ਆਪਣੀਆਂ ਰਹਿਵਾਂ, ਆਪਣੇ ਨਿਸ਼ਚੇ, ਆਪਣੇ ਪਰਸਨਲ ਵਿਅਕਤੀ ਪੱਧਰ ਜਾਂ ਆਮ ਜੋ ਵੀ ਅਸੀਂ ਵਿਚਰਦੇ ਹਾਂ, ਉਹਨਾਂ ਰਹਿਵਾਂ ਵਿਚਾਰਾਂ ਨੂੰ ਤਿਆਗ ਕੇ ਅਸੀਂ ਗੁਰੂ ਦੀਆਂ ਰਹਿਵਾਂ ਅਤੇ ਵਿਚਾਰਾਂ ਅਨੁਸਾਰ ਤੁਰਨਾ ਸਿੱਖੀਏ ਜੀ। ਸ਼ਾਇਦ ਜੇ ਸਤਿਗੁਰੂ ਐਸੀ ਕਿਰਪਾ ਕਰਨ ਸਾਡੇ ਉੱਤੇ ਹੈ ਬਖਸ਼ਿਸ਼, ਅਤੇ ਜੇ ਅਸੀਂ ਗੁਰੂ ਦੀਆਂ ਰਹਿਵਾਂ ਅਨੁਸਾਰ ਤੁਰੀਏ ਅਤੇ ਉਹੀ ਮੈਂ ਸਿੱਖੀ ਮਾਰਗ ਸਮਝਦਾ ਵੀ ਉਸ ਮਾਰਗ 'ਤੇ ਅਸੀਂ ਤੁਰ ਸਕਦੇ ਹਾਂ ਜੀ। ਸੋ ਇਹ ਜਿਹੜਾ ਰਾਹ ਹੈਗਾ, ਗਾਡੀ ਰਾਹ ਜਿਸ ਨੂੰ ਅਸੀਂ ਕਹਿੰਦੇ ਹੈਗੇ ਹਾਂ, ਕਿ ਇੱਕ ਸਿੱਖ ਨੂੰ ਕਿਵੇਂ ਆਪਣਾ ਜੀਵਨ ਜੋ ਹੈ ਢਾਲਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਾਨੂੰ ਉੱਥੇ ਵੇ ਆਫ ਲਾਈਫ ਦੱਸਿਆ ਗਿਆ ਹੈਗਾ? ਗੁਰੂ ਗ੍ਰੰਥ ਸਾਹਿਬ ਦਾ ਜੋ ਇੱਕ ਇੱਕ ਫਰਮਾਨ ਹੈ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫਰਮਾਨ ਨੂੰ ਸੱਤ ਕਰਕੇ ਮੰਨ ਲਈਏ, ਬੜਾ ਸੋਹਣਾ ਇੱਕ ਵਿਦਵਾਨ ਨੇ ਲਿਖਿਆ ਜੀ, ਉਹ ਕਹਿੰਦਾ ਕਿ ਜ਼ੀਰੋ ਨੂੰ ਜਦੋਂ ਅਸੀਂ ਇੱਕ ਦੇ ਸੱਜੇ ਪਾਸੇ ਰੱਖ ਦਿੰਦੇ ਹਾਂ, ਜਿੰਨਾ ਉਹ ਇੱਕ ਦੇ ਨਾਲ ਜੁੜਨ ਲੱਗ ਪੈਂਦੀ ਓਨੀ ਉਹ ਵਜ਼ਨਦਾਰ ਹੁੰਦੀ ਹੈ। ਅਸੀਂ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਝ ਕੇ ਆਪਣੇ ਅਮਲ ਵਿੱਚ ਲਿਆਉਣ ਲੱਗ ਪਾਂਗੇ ਜੀ, ਅਸੀਂ ਓਨੇ ਵਜ਼ਨਦਾਰ ਹੋਵਾਂਗੇ। ਠੀਕ। ਅੱਜ ਇਹ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਕੋਈ ਵਜ਼ਨਦਾਰ ਨਹੀਂ, ਕਿਉਂਕਿ ਅਸੀਂ ਇੱਕ ਦੀ ਵਿਚਾਰਧਾਰਾ ਨਾਲ ਟੁੱਟਦੇ ਜਾ ਰਹੇ ਹਾਂ ਜੀ। ਜਦੋਂ ਜ਼ੀਰੋ ਇੱਕ ਨਾਲੋਂ ਟੁੱਟ ਜਾਏ ਉਹਦੀ ਕੋਈ ਕੀਮਤ ਨਹੀਂ ਰਹਿੰਦੀ, ਇੱਕ ਨਾਲ ਜੁੜ ਜਾਏ ਉਹਦੀ ਲੱਖਾਂ ਕਰੋੜਾਂ ਕੀਮਤ ਹੈ ਜੀ। ਅੱਜ ਸੋਚਣ ਵਾਲੀ ਗੱਲ ਇਹ ਵੇ ਵੀ ਗੁਰੂ ਗ੍ਰੰਥ ਸਾਹਿਬ ਨੇ ਜੋ ਕੁਝ ਆਖਿਆ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਕਿੰਨਾ ਕੁ ਜੁੜਦੇ ਪਏ ਹਾਂ। ਜਿੰਨੇ ਆਪਾਂ ਇਤਿਹਾਸ ਪਿਛੋਕੜ ਝਾਤੀ ਮਾਰ ਕੇ ਦੇਖੀਏ, ਜਿੰਨਾ ਗੁਰੂ ਦੀ ਵਿਚਾਰ ਨਾਲ ਪਿਛੋਕੜ ਇਤਿਹਾਸ ਵਿੱਚ ਜੁੜਿਆ ਗਿਆ, ਉਹਨੇ ਉਹ ਮਹਾਨ ਹੋ ਗਏ। ਜੇ ਲਹਿਣਾ ਜੀ ਦਾ ਜੀਵਨ ਲਈਏ ਤੇ ਬਹੁਤ ਹੀ ਪਿਆਰੇ ਲਫ਼ਜ਼ ਨੇ ਕਵੀ ਜੀ ਦੇ, ਇੱਕ ਦਿਨ ਬੂਢੇ ਕੇ ਮਨ ਆਈ, ਹਉ ਵੀ ਸੇਵ ਕਰੋ ਅਧਿਕਾਈ, ਸਦਾ ਰਹੋ ਆਇਸ ਅਨੁਸਾਰੀ, ਤਦਬ ਕਿਰਪਾ ਲਹਿਣੇ ਪਰਤਾਰੀ। ਬਾਬਾ ਬੁੱਢਾ ਜੀ ਦੇ ਮਨ ਵਿੱਚ ਖਿਆਲ ਆਇਆ ਵੀ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਦੀ ਨੇੜਤਾ ਵਿੱਚ ਬਹੁਤ ਹੀ ਸ਼ੋਭਾ ਕਿਉਂ ਲੈਂਦੇ ਨੇ ਪਏ? ਕਾਰਨ ਕੀ ਹੈ? ਗੁਰੂ ਨਾਨਕ ਸਾਹਿਬ ਨੇ ਇਸੇ ਹੀ ਭਰਮ ਨੂੰ ਦੂਰ ਕਰਨ ਵਾਸਤੇ ਰਾਤ ਨੂੰ ਆਖਿਆ ਸੀ, ਬਾਬਾ ਬੁੱਢਿਆ ਵੇਖ ਕਿੰਨਾ ਕੁ ਦਿਨ ਚੜ੍ਹ ਆਇਆ ਹੈ, ਰਾਤ ਸੀ ਜੀ। ਉਹਨਾਂ ਨੇ ਵੇਖ ਕੇ ਆਖਿਆ ਸੀ ਅੱਧੀ ਰਾਤ। ਜਿਸ ਵਕਤ ਲਹਿਣਾ ਜੀ ਨੂੰ ਭੇਜਿਆ, ਆਖਿਆ ਤੂੰ ਵੇਖ ਕਿੰਨਾ ਕੁ ਦਿਨ ਚੜ੍ਹ ਆਇਆ ਹੈ, ਰਾਤ ਹੈ ਭਾਵੇਂ, ਪਰ ਹੁਣ ਲਹਿਣੇ ਦੇ ਅੰਦਰੋਂ ਲਹਿਣੇ ਦੀ ਵਿਚਾਰ ਨਹੀਂ, ਲਹਿਣੇ ਦੇ ਅੰਦਰੋਂ ਗੁਰੂ ਨਾਨਕ ਦੀ ਵਿਚਾਰ ਬੋਲਦੀ ਜੀ। ਉਹਨਾਂ ਆਖਿਆ ਜੀ ਜਿਤਨੀ ਨਿਸ਼ਾ ਬਿਤਾਈ ਗੌਰ, ਤਿਤਨੀ ਬਿਤੀ ਨਾ ਜਾਣਾ ਬੌਰ, ਅਬ ਰਾਖੀ ਜਿਤਨੀ ਸੋ ਰਹੀ, ਸਰਬ ਕਾਲ ਕੋ ਕਰਤਾ ਤੂੰ ਹੀ। ਜੇ ਮਹਾਰਾਜ ਤੂੰ ਦਿਨ ਬਣਾਉਣਾ ਤੇ ਦਿਨ ਹੈ, ਜੇ ਰਾਤ ਬਣਾਉਣਾ ਤੇ ਰਾਤ। ਆਹ ਜਿਹੜਾ ਕਾਲ ਜਿਹਦੇ ਵੱਸ ਵਿੱਚ ਸਾਰੀ ਦੁਨੀਆ ਜੀ, ਇਹ ਤੇਰੇ ਵੱਸ ਵਿੱਚ ਹੋ ਕੇ ਤੁਰਦਾ ਤੇ ਲਹਿਣਾ ਵੀ ਤੇਰੇ ਵੱਸ ਵਿੱਚ। ਅਸਲ ਵਿੱਚ ਜਦੋਂ ਅਸੀਂ ਇਹਨਾਂ ਗੁਰੂ ਦੀ ਵਿਚਾਰਧਾਰਾ ਨਾਲ ਜੁੜ ਜਾਵਾਂਗੇ, ਜੋ ਗੁਰੂ ਆਖੇ ਉਹ ਸਾਨੂੰ ਪ੍ਰਵਾਨ ਹੈ ਜੀ। ਇਹ 'ਚ ਕੋਈ ਸ਼ੱਕ ਨਹੀਂ ਕਿ ਲਹਿਣਾ ਇਸ ਮਾਰਗ ਤੇ ਤੁਰਿਆ ਸਿੱਖੀ ਦਾ ਮਾਰਗ, ਇਸ ਮਾਰਗ ਤੇ ਤੁਰਿਆ ਕਿੱਥੇ ਪਹੁੰਚਦਾ ਹੈ? जब इश्क की भट्ठी में ढालकर कुंदन किया, लहने से अंगद बना, अंगद से अल्लाह कर दिया। ठीक, वो खुदा बन गए, गुरु नानक का रूप बन गए जी।
ਅੱਜ ਸਾਨੂੰ ਉਹਨਾਂ ਦੇ ਜੀਵਨ ਦੇ ਵਿੱਚੋਂ ਲੈਣਾ ਚਾਹੀਦਾ। ਅੱਜ ਸਾਡਾ ਕਿਹੋ ਜਿਹਾ ਕਿਰਦਾਰ ਹੈ ਕਿ ਜੇ ਮੈਂ ਕੋਈ ਨਿੰਦਕ ਨਹੀਂ, ਇੱਕ ਸਿੱਖ ਕੌਮ ਦਾ ਮੈਂਬਰ ਹੋਣ ਦੇ ਨਾਤੇ ਇਸ ਪਰਿਵਾਰ ਦਾ, ਮੈਂ ਕਿਸੇ ਸਿੱਖ ਦੀ ਨਿੰਦਿਆ ਕਰਦਾ ਚੰਗਾ ਨਹੀਂ ਲੱਗਦਾ ਜੀ, ਪਰ ਉਹ ਵੀ ਮੈਂ ਚੰਗਾ ਨਹੀਂ ਲੱਗਾਂਗਾ ਕਿ ਜੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਅਦਬ ਨਾ ਕਾਇਮ ਰੱਖਿਆ ਜਾਏ। ਠੀਕ। ਕਿਉਂਕਿ ਜੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਵੱਲ ਅਸੀਂ ਪਿੱਠ ਕਰ ਲਈ, ਜਿਹੜਾ ਕੋਈ ਵੀ ਰਾਗੀ ਪ੍ਰਚਾਰਕ ਜਾਂ ਕੋਈ ਸਾਡਾ ਸੰਤ ਸਾਧ ਆਉਂਦਾ ਹੈ, ਅੱਜ ਅਸੀਂ ਕੀ ਹੈ, ਸਾਡਾ ਰੁਖ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਵੱਲ ਨਹੀਂ, ਠੀਕ, ਅੱਜ ਸਾਡਾ ਰੁਖ ਉਹਨਾਂ ਵੱਲ ਹੋ ਗਿਆ ਜੀ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਟੁੱਟ ਜਾਾਂਗੇ, ਸਿੱਖੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਏਗੀ। ਠੀਕ। ਕਿਉਂਕਿ ਸਾਡਾ ਧੁਰਾ ਗੁਰੂ ਗ੍ਰੰਥ ਸਾਹਿਬ ਹੈ, ਤੇ ਅੱਜ ਸਾਨੂੰ ਇੰਨਾ ਨਹੀਂ ਕਿ ਕੇਵਲ ਇੱਕ ਦੇਹ ਨਾਲ, ਸਰੀਰਾਂ ਨਾਲ ਇੰਨੇ ਜੁੜ ਜਾਈਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਕੋਈ ਧਿਆਨ ਹੀ ਨਾ ਕਰੀਏ। ਇਹ ਵੱਡਾ ਅੱਜ ਪਾੜਾ ਪੈਂਦਾ ਪਿਆ ਇਸ ਪਾਸਿਓਂ ਵੀ ਅੱਜ ਅਸੀਂ ਕੇਵਲ ਸਰੀਰਾਂ ਦੇ ਨਾਲ ਜਾਂ ਇੱਕ ਕਲਾ ਦੇ ਨਾਲ ਜੁੜਨਾ ਸ਼ੁਰੂ ਹੋ ਗਏ ਹਾਂ। ਐਂਡ ਉਹੀ ਮਨਜੀਤ ਸਿੰਘ ਜੀ ਕਿ ਅੱਜ ਅਸੀਂ ਪੰਜਾਬ ਵਿੱਚ ਵੀ ਦੇਖ ਰਹੇ ਜਿਸ ਤਰ੍ਹਾਂ ਡੇਰਾਵਾਦ ਵੱਧ ਰਿਹਾ ਹੈਗਾ ਤੇ ਸਹਾਰਾ ਤੇ ਗੁਰੂ ਗ੍ਰੰਥ ਸਾਹਿਬ ਦਾ ਲਿਆ ਜਾਂਦਾ ਹੈ, ਲੇਕਿਨ ਜੋ ਸਿਧਾਂਤਕ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਕੁਝ ਹੋਰ ਕਹਿ ਰਹੇ ਨੇ ਤੇ ਉਹ ਬਾਬੇ ਜਾਂ ਜਿਹੜੇ ਲੋਕ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਨੇ ਉਹ ਕਿਸੇ ਹੋਰ ਪਾਸੇ ਸੰਗਤਾਂ ਨੂੰ ਜੋੜ ਰਹੇ ਨੇ, ਜਿਸ ਕਾਰਨ ਇੱਕ ਬੜੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਬਿਲਕੁਲ, ਇਹ ਨਹੀਂ ਕਿ ਸਤਿਗੁਰੂ ਦੇ ਘਰ ਦੇ ਵਿੱਚ ਕਿਸੇ ਬਾਣੀ ਪੜ੍ਹਨ ਵਾਲੇ ਦਾ ਅਦਬ ਨਹੀਂ, ਅਦਬ ਹੈ, ਪਰ ਉਹ ਜਿਸ ਵਕਤ ਗੁਰੂ ਦੇ ਅਦਬ ਦਾ ਕੋਈ ਖਿਆਲ ਨਾ ਕਰੇ। ਵੇਖੋ ਮੇਨ ਗੱਲ ਇਹ ਹੁੰਦੀ ਹੈ, ਜਿਹੜਾ ਕਿਸੇ ਨੂੰ ਆਪਣੇ ਪਿੱਛੇ ਲਾ ਕੇ ਉਜਾੜ ਨੂੰ ਲੈ ਕੇ ਜਾਂਦਾ ਹੈ, ਦੋਸ਼ੀ ਉਹ ਵੀ ਬਣਦਾ ਹੈ ਜਿਹੜਾ ਪਿੱਛੇ ਲੱਗਦਾ ਹੈ, ਤੇ ਦੋਸ਼ੀ ਉਹ ਵੀ ਮਹਾਨ ਵੱਡਾ ਦੋਸ਼ੀ ਮੰਨਿਆ ਜਾਏਗਾ ਜਿਹੜਾ ਆਪਣੇ ਪਿੱਛੇ ਲਾ ਕੇ ਗੁਰੂ ਨਾਲ ਦੂਰ ਲੈ ਕੇ ਜਾਂਦਾ ਹੈ। ਠੀਕ। ਜਦੋਂ ਅਸੀਂ ਗੁਰੂ ਦੇ ਨਾਲੋਂ ਆਪਣੀ ਮਾਨ ਵਡਿਆਈ ਸ਼ੋਭਾ ਕਰਕੇ ਲੈ ਕੇ ਜਾਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਕਸੌਟੀ ਦੇ ਉੱਤੇ ਉਹਨੂੰ ਆਪਾਂ ਸੰਤ ਨਹੀਂ ਆਖ ਸਕਾਂਗੇ। ਠੀਕ। ਕਿਉਂਕਿ ਜਿਹੜੇ ਪੂਰਨ ਪੁਰਸ਼ ਜਾਂ ਕਿਸੇ ਮੰਜ਼ਿਲ ਤੇ ਪਹੁੰਚੇ ਨੇ, ਉਹਨਾਂ ਦਾ ਸਵਰੂਪ ਗੁਰਬਾਣੀ ਦੇ ਵਿੱਚ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ ਵੀ ਭਇਓ ਕਿਰਪਾਲ ਠਾਕੁਰ ਸੇਵਕੋ ਸਵਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ। ਜੀ। ਕਹਿੰਦੇ ਨੇ ਵੀ ਉਹ ਸੇਵਕ ਧਨ ਹੈ ਜਿਹਨੇ ਆਪਣੇ ਖਸਮ ਨੂੰ, ਆਪਣੇ ਮਾਲਕ ਨੂੰ ਪਛਾਣਿਆ। ਠੀਕ। ਜਿਹਨੇ ਮਾਲਕ ਨੂੰ ਪਛਾਣਿਆ, ਫਿਰ ਮਾਰੂ ਰਾਗ 'ਚ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਉਹ ਕਿਹੋ ਜਿਹਾ ਸੀ? ਕਹਿੰਦੇ ਸਭ ਤੋਂ ਪਹਿਲੋਂ ਪਛਾਣ ਦੀ ਨਿਸ਼ਾਨੀ ਇਹ ਸੀ ਕਿ ਉਸਨੇ ਆਪਣੀ ਮਾਨ ਵਡਿਆਈ ਦੀ ਕੋਈ ਚਿੰਤਾ ਨਹੀਂ ਕੀਤੀ। ਇਹ ਨਹੀਂ ਵੀ ਉਹਨੇ ਆਪਣੀ ਮਾਨ ਵਡਿਆਈ ਸ਼ੋਭਾ ਨੂੰ ਮੁੱਖ ਰੱਖਿਆ ਹੋਵੇ, ਉਹਨੇ ਗੁਰੂ ਦੀ ਮਾਨ ਵਡਿਆਈ ਨੂੰ, ਆਪਣੀ ਮਾਨ ਵਡਿਆਈ ਨੂੰ ਮਿਟਾ ਕੇ ਗੁਰੂ ਦੀ। ਇਤਿਹਾਸ ਦੀ ਘਟਨਾ ਹੈ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਨਾਲ ਉਸ ਵਕਤ ਬਾਬਾ ਅਮਰਦਾਸ ਸੇਵਾ ਕਰਦੇ ਸਨ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜਾ ਰਹੇ ਨੇ। ਉਹਨਾਂ ਨੇ ਕੀ ਦੇਖਿਆ ਵੀ ਮੇਰੀ ਬਾਂਹ ਥੋੜੀ ਜੀ ਹੱਥ ਅੱਗੇ ਨਿਕਲ ਗਿਆ ਗੁਰੂ ਅੰਗਦ ਸਾਹਿਬ ਤੋਂ, ਉਹਨਾਂ ਨੇ ਆਪਣੀ ਬਾਂਹ ਬੰਨ੍ਹ ਛੱਡੀ। ਕੁਝ ਦਿਨ ਗੁਜ਼ਰ ਗਏ ਨੇ ਇਸ ਤਰ੍ਹਾਂ, ਤੇ ਗੁਰੂ ਅੰਗਦ ਦੇ ਪਾਤਸ਼ਾਹ ਪੁੱਛਦੇ ਨੇ ਅਮਰਦਾਸ ਇਹ ਬਾਂਹ ਕਿਉਂ ਬੰਨੀ ਹੈ? ਕਹਿੰਦੇ ਮਹਾਰਾਜ ਜੀ ਨਿਕੰਮੀ ਹੋ ਗਈ। ਕਹਿੰਦੇ ਕਿਵੇਂ? ਕਹਿੰਦੇ ਨਿਕੰਮੀ ਇਸ ਕਰਕੇ ਹੋ ਗਈ ਕਿ ਇਹ ਅੱਜ ਦਿਨ ਕੁਝ ਦਿਨ ਪਹਿਲਾਂ ਤੁਰਦਿਆਂ ਤੁਰਦਿਆਂ ਥੋੜ੍ਹੀ ਜਿਹੀ ਤੁਹਾਡੇ ਤੋਂ ਅੱਗੇ ਨਿਕਲ ਗਈ, ਇਹਨੇ ਗੁਰੂ ਦੀ ਬੇਅਦਬੀ ਕੀਤੀ, ਗੁਰੂ ਦੇ ਅਦਬ ਦਾ ਇਹਨੂੰ ਖਿਆਲ ਨਹੀਂ ਰਿਹਾ, ਇਸ ਨੂੰ ਨਿਕੰਮੀ ਜਾਣ ਕੇ ਬੰਨ੍ਹ ਦਿੱਤਾ। ਜੇ ਤੇ ਅੰਦਰ ਗੁਰੂ ਦੇ ਅਦਬ ਦਾ ਭੈ ਵੇ ਫਿਰ ਤੇ ਅਸੀਂ ਉਹਨੂੰ ਨਿਕੰਮਾ ਹੀ ਸਮਝਾਂਗੇ। ਤੇ ਅੱਜ ਜਿਹੜੇ ਗੁਰੂ ਦੇ ਅਦਬ ਵੱਲ ਖਿਆਲ ਨਹੀਂ ਕਰਦੇ ਪਏ, ਅਸੀਂ ਕਹਿੰਦੇ ਹਾਂ ਸਾਨੂੰ ਮੁਕਤੀ ਹੋਣ ਦੇਣਗੇ, ਇਹ ਸਾਡੀ ਅਗਿਆਨਤਾ ਹੋਵੇਗੀ। ਕਿਉਂਕਿ ਗੁਰੂ ਦਾ ਸ਼ਬਦ ਜਿਹੜੀ ਉਹ ਸਾਡੀ ਕਸੌਟੀ ਹੈ, ਉਹ ਸੇਵਕ ਧਨ ਨੇ ਜਿਹੜੇ ਖਸਮ ਨੂੰ ਪਛਾਣਦੇ ਨੇ, ਤੇ ਖਸਮ ਨੂੰ ਪਛਾਣਨ ਵਾਸਤੇ ਸਭ ਤੋਂ ਪਹਿਲੋਂ ਮਾਰੂ ਰਾਗ 'ਚ ਉਹਨਾਂ ਨੇ ਆਖਿਆ ਵੀ ਮਾਨ ਮੋਹ ਇਹਨਾਂ ਲੋਭ ਵਿਕਾਰਾਂ ਤੋਂ ਮੁਕਤ ਜਿਹੜੀ ਅਵਸਥਾ ਹੈ ਉਹ ਆਪਣੇ ਸਾਹਿਬ ਦੇ ਅਦਬ ਨੂੰ ਮੁੱਖ ਰੱਖਦੇ ਨੇ, ਕਾਇਮ ਰੱਖਦੇ ਨੇ। ਠੀਕ। ਸੋ ਹੁਣ ਵਿਅਕਤੀਗਤ ਤੌਰ ਦੇ ਉੱਤੇ ਤੇ ਕੌਮੀ ਤੌਰ ਦੇ ਉੱਤੇ ਆਓ ਅੱਜ ਥੋੜ੍ਹਾ ਜਿਹਾ ਚਾਨਣਾ ਪਾਈਏ ਕਿ ਤੁਹਾਡੇ ਹਿਸਾਬ ਨਾਲ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਉਪਦੇਸ਼ ਮਿਲਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗੁਰੂ ਦੀ ਜਿਹੜਾ ਉਪਦੇਸ਼ ਉਸ ਨੂੰ ਅਸੀਂ ਮੰਨਣਾ ਹੈ, ਇਹ ਤਾਂ ਸਾਨੂੰ ਵੀ ਪਤਾ ਹੈ, ਲੇਕਿਨ ਅੱਜ ਇਹ ਹੋ ਨਹੀਂ ਰਿਹਾ। ਸੋ ਜੇਕਰ ਸਪੈਸੀਫਾਈ ਅੱਜ ਕਰ ਸਕੀਏ ਕਿ ਵਿਅਕਤੀਗਤ ਤੌਰ 'ਤੇ ਇੱਕ ਸਿੱਖ ਦੀ ਕੀ ਜੀਵਨੀ ਹੋਣੀ ਚਾਹੀਦੀ ਹੈ ਤੇ ਕੌਮੀ ਤੌਰ ਦੇ ਉੱਤੇ ਕਿਵੇਂ ਇਹ ਸੋਚ ਜਿਹੜੀ ਹੈ ਭਾਰੂ ਹੋਣੀ ਚਾਹੀਦੀ ਹੈ, ਇਸ ਸੰਬੰਧ ਵਿੱਚ ਗੁਰੂ ਸਾਹਿਬ ਕੀ ਕਹਿੰਦੇ ਨੇ ਜੀ? ਦੇਖੋ ਜੀ, ਜੇ ਸਾਡਾ ਵਿਅਕਤੀ ਪੱਧਰ ਜਿਹੜਾ ਇਹ ਸਮਝ ਜਾਏ ਸੀ ਵਿਅਕਤੀ ਤੌਰ ਤੇ ਇੱਕ ਆਪਣੇ ਆਪ ਨੂੰ ਸਵਾਰ ਲਈਏ, ਤੇ ਮੇਰੇ ਖਿਆਲ ਅਨੁਸਾਰ ਇਹਦੇ ਵਿੱਚ ਬੜਾ ਵੱਡਾ ਕੌਮੀ ਭਲਾ ਹੈ। ਠੀਕ। ਅੱਜ ਅਸੀਂ ਇੱਥੇ ਕੀ ਖੜੇ ਆ ਕਿ ਅਸੀਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਨਹੀਂ ਕਰਦੇ ਜੀ। ਅੱਜ ਅਸੀਂ ਕਹਿੰਦੇ ਹਾਂ ਕੋਈ ਅਖੌਤੀ ਸਾਧ ਸੰਤ ਪ੍ਰਚਾਰਕ ਉਹ ਸਵਰੇ, ਠੀਕ, ਪਰ ਇਸ ਤੋਂ ਪਹਿਲੋਂ ਜੇ ਅਸੀਂ ਖੁਦ ਸਵਰਨਾ ਸ਼ੁਰੂ ਹੋ ਜਾਈਏ, ਹਰ ਇੱਕ ਬੰਦਾ ਆਪਣੀ ਥਾਂ ਤੇ ਸੋਚੇ ਜੀ ਕਿ ਮੈਂ ਜਿਸ ਵਕਤ ਅੰਮ੍ਰਿਤ ਛਕਿਆ ਸੀ, ਇੱਕ ਪਰਨ ਲਿਆ ਸੀ ਕਿ ਕੇਵਲ ਮੇਰਾ ਸਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਅੱਗੇ ਝੁਕੇਗਾ ਜੀ, ਮੈਂ ਕੇਵਲ ਗੁਰੂ ਕੀ ਬਾਣੀ ਨਾਲ ਜੁੜਾਂਗਾ, ਐਸੇ ਕੁਝ ਪਰਨ ਸਨ। ਰਹਿਤ ਕੁਰਹਿਤ ਸਮਝਾਈ ਗਈ ਸੀ
ਮੈਂ ਇਹਨਾਂ ਤੇ ਪਹਿਰਾ ਦਿਆਂਗਾ। ਨਿਤਨੇਮ, ਸ਼ਾਮ ਦੀਆਂ ਬਾਣੀਆਂ, ਸਵੇਰ ਦੀਆਂ ਬਾਣੀਆਂ ਦੱਸੀਆਂ ਗਈਆਂ, ਮੈਂ ਆਪਣਾ ਜੀਵਨ ਇਸ ਸੰਚ 'ਚ ਢਾਲਾਂਗਾ ਜੀ ਤੇ ਜੇ ਅਸੀਂ ਗੁਰਸਿੱਖੀ ਖਾਲਸਾਈ ਜੀਵਨ 'ਚ ਖੁਦ ਤੁਰੀਏ ਜੀ ਤੇ ਮੈਂ ਸਮਝਦਾ ਵੀ ਫਿਰ ਕੁਝ ਵੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਸਤੇ ਕੋਈ ਉੱਠ ਨਹੀਂ ਸਕਦਾ। ਅਸੀਂ ਵਿਅਕਤੀ ਤੌਰ ਤੇ ਆਪਣੇ ਆਪ ਨੂੰ ਸਵਾਰਨਾ ਨਹੀਂ ਚਾਹੁੰਦੇ ਠੀਕ ਤੇ ਅੱਜ ਅਸੀਂ ਦੂਸਰੇ ਨੂੰ ਸਵਾਰਨ ਵਾਸਤੇ ਤੁਰੇ ਹਾਂ। ਬੜੀ ਤੁਹਾਡੀ ਗੱਲ ਵਧੀਆ ਹੈ ਕਿ ਵਿਅਕਤੀ ਪੱਧਰ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸੋਚ ਲੈ ਕੇ ਖੁਦ ਆਪਣੇ ਆਪ ਨੂੰ ਬਦਲਣਾ ਚਾਹੀਦਾ। ਇਹਦੇ ਬਾਰੇ ਹੋਰ ਜਾਣਕਾਰੀ ਲੈਣੇ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਛੋਟੀ ਜਿਹੀ ਬ੍ਰੇਕ ਲੈ ਰਹੇ ਹਾਂ ਜੀ, ਵਾਪਸ ਆਵਾਂਗੇ। ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਸਾਡੇ ਨਾਲ ਸਾਂਝ ਪਾਉਣਗੇ ਵਿਅਕਤੀਗਤ ਤੌਰ ਅਤੇ ਕੌਮੀ ਤੌਰ ਦੇ ਉੱਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਅਨੁਸਾਰ ਕਿਵੇਂ ਆਪਣਾ ਜੀਵਨ ਬਤੀਤ ਕਰਨਾ ਹੈ। ਇਸ ਬ੍ਰੇਕ ਤੋਂ ਬਾਅਦ